ਖੂਨ 'ਚ ਹੀ ਇੱਕ ਗੁਲਾਮੀ ਵਾਲੀ ਗੱਲ ਜਿਹੜੀ ਉਹ ਆ ਗਈ ਆ, ਉਹ ਸੋਚ ਉਹਨਾਂ ਦੀ ਸੋਚ ਹੀ ਉਨੀ ਹੋ ਗਈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪੰਜਾਬ ਨੂੰ ਪਹਿਲੀ ਗੱਲ ਤਾਂ ਇੱਕ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਹੈਗਾ, ਜਿਹੜਾ ਕਿ ਕਈਆਂ ਸਟੇਟਾਂ ਨੂੰ ਮਿਲਿਆ ਹੈਗਾ। ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਾਰਾ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਹੈ। ਪੰਜਾਬ ਨੇ ਬਹੁਤ ਇਨੋਵੇਸ਼ਨਸ ਚੱਲੀਆਂ ਨੇ। ਪੰਜਾਬ ਨੇ ਹਰ ਤਰ੍ਹਾਂ ਦੀ ਤਰਾਸਦੀ, ਹਰ ਤਰ੍ਹਾਂ ਦੇ ਜਿਹੜੇ ਦੇਸ਼ 'ਤੇ ਅਟੈਕ ਕਰਨ ਵਾਲੇ ਸੀਗੇ, ਉਹਨਾਂ ਨੂੰ ਪੰਜਾਬ ਨੇ ਬਚਾਇਆ ਹੈ। ਪੰਜਾਬ ਦੀ ਯੂਥ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਇਨ ਜਨਰਲ ਸੇਵਾ ਕਰਨ ਦਾ ਬਹੁਤ ਜਜ਼ਬਾ ਹੈ ਅਤੇ ਗੌਰਮੈਂਟਸ ਨੂੰ ਚਾਹੀਦਾ ਹੈ, ਐਨੀ ਗੌਰਮੈਂਟ ਜਾਂ ਸੈਂਟਰਲ ਹੈ ਚਾਹੇ ਸਟੇਟ ਦੀ ਹੈਗੀ ਆ, ਉਸ ਜਜ਼ਬੇ ਦਾ ਫਾਇਦਾ ਉਠਾ ਕੇ ਪੰਜਾਬ ਦੀ ਤਰੱਕੀ ਵੱਲ ਨੂੰ ਸੋਚੇ। ਜਿਹੜਾ ਭਾਰਤ ਦਾ ਫੈਡਰਲ ਸਟਰਕਚਰ ਹੈ, ਉਸ ਦੇ ਬਾਰੇ ਗੱਲਬਾਤ ਕਰਨ ਵਾਸਤੇ, ਉਹਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਜਾਣਕਾਰੀ, ਵਿਚਾਰ ਵਟਾਂਦਰਾ ਸਾਂਝਾ ਕਰਨ ਵਾਸਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਪ੍ਰੋਫੈਸਰ ਡਾਕਟਰ BS ਅਟਵਾਲ ਸ਼ਾਮਿਲ ਹੋਣਗੇ। ਉਹਨਾਂ ਨੇ ਸਾਨੂੰ ਗੱਲਬਾਤ ਦੇ ਲਈ ਜੁਆਇਨ ਕਰ ਲਿਆ ਹੈ ਜੀ। ਅਟਵਾਲ ਸਾਹਿਬ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਰ ਜੀ। ਆਇਆਂ ਨੂੰ ਸ਼ੁਕਰੀਆ ਜੀ ਪਨੂ ਸਾਹਿਬ, ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਅੱਜ ਜਿਵੇਂ ਪਨੂ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਵਿਲ ਟਾਕ ਅਬਾਊਟ ਫੈਡਰਲ ਸਟਰਕਚਰ ਇਨ ਇੰਡੀਆ, ਪਰਟੀਕੂਲਰਲੀ ਪੰਜਾਬ ਦਾ ਪਰਸਪੈਕਟਿਵ ਆਪਾਂ ਲਵਾਂਗੇ ਜੀ। ਇਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਵੈਸੇ ਮੇਰਾ ਸਬਜੈਕਟ ਜਿਹੜਾ ਹੈਗਾ ਸਾਇੰਸ ਕੈਮਿਸਟਰੀ ਹੈ। ਆਈ ਐਮ PhD ਇਨ ਐਨਾਲੀਟੀਕਲ ਕੈਮਿਸਟਰੀ। ਇਹ ਮੇਰੇ ਵਾਸਤੇ ਇੱਕ ਐਨਕਰੋਚਮੈਂਟ ਹੋਏਗੀ ਦੂਜੇ ਪਾਸੇ ਜਾਣਾ, ਪਰ ਕਿਉਂਕਿ ਇਹ ਸੁਭਾਵਿਕ ਹੈ ਕਿ ਇੱਕ ਆਮ ਪੜ੍ਹੇ ਲਿਖੇ ਇਨਸਾਨ ਨੂੰ, ਆਮ ਪੜ੍ਹੇ ਲਿਖੇ ਬੰਦੇ ਨੂੰ, ਜਿਹੜਾ ਬਗੈਰ ਕਿਸੇ ਨੌਲੇਜ ਤੋਂ ਪੋਲੀਟਿਕਸ ਦੀਆਂ ਗੱਲਾਂ ਕਰਦੇ ਨੇ ਆਪਣੇ ਡਰਾਇੰਗ ਰੂਮਾਂ 'ਚ ਬਹਿ ਕੇ ਜਾਂ ਆਪਣੀਆਂ ਮਹਿਫਲਾਂ 'ਚ ਬਹਿ ਕੇ, ਅਤੇ ਇੱਕ ਦੂਜੇ ਨਾਲ ਗੁੱਸੇ ਗਿਲੇ ਵੀ ਕਰਦੇ ਨੇ, ਉਹਨਾਂ ਨੂੰ ਥੋੜ੍ਹਾ ਬਹੁਤ ਇੰਡੀਅਨ ਪੋਲੀਟਿਕਸ ਬਾਰੇ ਸੰਘੀ ਢਾਂਚਾ ਕੀ ਹੈਗਾ ਅਤੇ ਕਿਹੜੀਆਂ ਪਾਵਰਸ ਸੈਂਟਰ ਦੇ ਕੋਲ ਹੈਗੀਆਂ ਨੇ, ਕਿਹੜੀਆਂ ਸਟੇਟਾਂ ਦੇ ਕੋਲ ਹੈਗੀਆਂ ਨੇ, ਉਹਦੇ ਬਾਰੇ ਇਹ ਨੌਲੇਜ ਹੋਣਾ ਬੜਾ ਜ਼ਰੂਰੀ ਹੈ। ਸੋ ਇਸ ਚੀਜ਼ ਨੂੰ ਥੋੜ੍ਹਾ ਮਨ 'ਚ ਰੱਖਿਆ ਜਾਵੇ ਕਿ ਇਹ ਮੇਰਾ ਸਪੈਸ਼ਲਾਈਜੇਸ਼ਨ ਦਾ ਫੀਲਡ ਨਹੀਂ ਹੈ। ਮੈਂ ਬੇਸਿਕਲੀ ਸਾਇੰਸ ਸਟੂਡੈਂਟ। ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ, ਅਸਲ ਦੇ ਵਿੱਚ ਇੱਕ ਫਿਲਮ ਸੀਗੀ ਜੀ ਮੁੰਨਾ ਬਾਈ MBBS, ਅਤੇ ਸ਼ਾਇਦ ਉਹਦੇ ਵਿੱਚ ਹੀ ਸੀਗਾ ਵੀ ਕੈਮੀਕਲ ਲੋਚਾ ਜਿਹੜਾ ਨਾ ਉਹ ਕੁਝ ਚੱਲਦਾ। ਅਸਲ ਦੇ ਵਿੱਚ ਮੈਂ ਵੀ ਇਹ ਮਹਿਸੂਸ ਕਰਦਾ ਕਿ ਜਿਹੜਾ ਸਾਡਾ ਇੰਡੀਆ ਦਾ ਫੈਡਰਲ ਸਟਰਕਚਰ ਹੈ ਨਾ, ਉਹਦਾ ਥੋੜ੍ਹਾ ਜਿਹਾ ਕੈਮੀਕਲ ਲੋਚਾ ਜਿਹੜਾ ਨਾ ਉਹ ਪੁੱਠਾ ਸਿੱਧਾ ਹੋਇਆ ਪਿਆ। ਅਤੇ ਮੈਨੂੰ ਲੱਗਦਾ ਤੁਸੀਂ ਬਿਲਕੁਲ ਢੁਕਵੇਂ ਜਿਹੜੇ ਸਾਇੰਟਿਸਟ ਹੋ ਉਸ ਕੈਮੀਕਲ ਲੋਚੇ ਦੇ ਬਾਰੇ ਮੁਲਾਂਕਣ ਕਰਨ ਵਾਸਤੇ, ਉਹਦਾ ਐਨਾਲਿਸਿਸ ਕਰਨ ਵਾਸਤੇ। ਸੋ ਆਈ ਡੋਂਟ ਥਿੰਕ ਇਟ ਵੁੱਡ ਬੀ ਏ ਐਨਕਰੋਚਮੈਂਟ। ਅਤੇ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਜੇ ਮੈਂ ਤੁਹਾਡੇ ਕੋਲੋਂ ਇਹ ਜਾਣਨੀ ਚਾਹਵਾਂ ਡਾਕਟਰ ਸਾਹਿਬ, ਤੁਹਾਡਾ ਇੱਕ ਤਜਰਬਾ ਵੀ ਹੈ, ਮੈਨੂੰ ਇਹ ਦੱਸੋ ਕਿ ਜਿਹੜਾ ਫੈਡਰਲ ਸਟਰਕਚਰ ਆ ਇਹ ਬਿਹਤਰ ਹੁੰਦਾ ਆ ਜਾਂ ਇੱਕ ਤਾਕਤਵਰ ਕੇਂਦਰ ਜਿਹੜਾ ਉਹ ਸਟਰੋਂਗ ਹੁੰਦਾ? ਕੀ ਪ੍ਰੋਵਿੰਸਿਸ ਕੋਲ ਵੱਧ ਅਧਿਕਾਰ ਹੋਣ ਉਹ ਜ਼ਿਆਦਾ ਵਧੀਆ ਰਹਿੰਦਾ ਹੈ, ਜਾਂ ਜਿਵੇਂ ਮੈਂ ਕਿਹਾ ਸਟਰੋਂਗ ਫੈਡਰਲ ਜਿਹੜਾ ਸਟਰੋਂਗ ਸੈਂਟਰ ਇਜ਼ ਗੁੱਡ? ਦੇਖੋ ਜੀ, ਬੇਸਿਕਲੀ ਤਾਂ ਜਿਹੜੀ ਗੁੱਡ ਗਵਰਨੈਂਸ ਹੈਗੀ ਆ, ਅੱਛੀ ਲੋਕਾਂ ਨੂੰ ਸੇਵਾ ਦੇਣ ਵਾਸਤੇ, ਕਿਉਂਕਿ ਲੋਕ ਬੜੇ ਜਜ਼ਬੇ ਨਾਲ ਆਪਣੇ ਰਿਪਰੈਜ਼ੈਂਟੇਟਿਵ ਚੁਣ ਕੇ ਸਟੇਟ ਅਸੈਂਬਲੀਆਂ ਦੇ ਵਿੱਚ ਅਤੇ ਯੂਨੀਅਨ ਗਵਰਨਮੈਂਟ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ, ਅਤੇ ਲੋਕੀ ਦੇ ਵਾਂਟ ਦੈਟ ਆਲ ਦੀਜ਼ ਪੀਪਲ ਸ਼ੁੱਡ ਡਿਲੀਵਰ ਗੁੱਡ ਗਵਰਨੈਂਸ ਹੋਵੇ। ਉਹਦੇ ਵਾਸਤੇ ਸਟੇਟਾਂ ਕੋਲ ਵੱਧ ਅਧਿਕਾਰ, ਕਿਉਂਕਿ ਇੰਡੀਆ ਇਜ਼ ਅ ਵੈਰੀ ਵਾਸਟ ਕੰਟਰੀ। ਬਹੁਤ ਖੇਤਰਫਲ ਦੇ ਵਿੱਚ ਕਹਿ ਲਓ ਹਰ ਤਰ੍ਹਾਂ ਦੀ ਡਾਇਵਰਸਿਟੀ ਹੈ, ਕਾਸਟ, ਰਿਲੀਜਨ, ਬੋਲੀਆਂ ਬਹੁਤ ਨੇ, ਪਹਿਰਾਵੇ ਬਹੁਤ ਨੇ, ਓਵਰਆਲ ਕਲਚਰ ਡਿਫਰੈਂਟ ਹੈ। ਅਤੇ ਇਸ ਕਰਕੇ ਜਿਹੜਾ ਡਿਫਰੈਂਟ ਸਟੇਟਸ ਦੇ ਕੋਲੇ ਦੇ ਕੈਨ ਗਵਰਨ ਬੈਟਰ ਇਨ ਦੇਅਰ ਸਟੇਟਸ ਵਿਦ ਆਫ ਕੋਰਸ ਸੈਂਟਰ ਦੇ ਨਾਲ ਤਾਲਮੇਲ ਬਣਾ ਕੇ। ਸੋ ਮੈਂ ਇਹ ਫੀਲ ਕਰਦਾ ਹਾਂ ਕਿ ਹੋਣਾ ਤਾਂ ਫੈਡਰਲ ਸਿਸਟਮ ਚਾਹੀਦਾ ਹੈ, ਬਟ ਐਟ ਦ ਸੇਮ ਟਾਈਮ ਜਿਵੇਂ ਸਰਕਾਰੀਆ ਕਮਿਸ਼ਨ ਨੇ ਵੀ ਇਹ ਕਿਹਾ ਸੀਗਾ ਕਿ ਸਟੇਟਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਜਿਹਦੇ ਨਾਲ ਗਵਰਨੈਂਸ ਜਿਹੜੀ ਹੈਗੀ ਆ ਉਹ ਅੱਛੇ ਤਰੀਕੇ ਨਾਲ ਹੋ ਸਕੇ, ਅਤੇ ਲੋਕੀ ਜਿਹੜੇ ਹੈਗੇ ਨੇ ਦੇ ਸ਼ੁੱਡ ਫੀਲ ਸੈਟਿਸਫਾਈਡ। ਔਰ ਆਪਣੇ ਡਰਾਇੰਗ ਰੂਮਾਂ ਦੇ ਵਿੱਚ ਬਹਿ ਕੇ ਗੌਰਮੈਂਟ ਨੂੰ ਹਮੇਸ਼ਾ ਗਾਲਾਂ ਹੀ ਨਾ ਕੱਢੀ ਜਾਣ ਕਿ ਆਹ ਨਹੀਂ ਬਣ ਰਿਹਾ ਹੈਗਾ। ਅਤੇ ਸਟੇਟ ਦੇ ਵਿੱਚ ਜਦੋਂ ਤੱਕ ਵੱਧ ਅਧਿਕਾਰ ਨਹੀਂ ਮਿਲਦੇ ਹੈਗੇ, ਗੁੱਡ ਗਵਰਨੈਂਸ ਦੀ ਪੋਸੀਬਿਲਿਟੀ ਘੱਟ ਜਾਂਦੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਹੁਣ ਮੈਨੂੰ ਇਹ ਪਤਾ ਤੁਸੀਂ ਫਰੀਕੁਐਂਟ ਹੋ ਕੈਨੇਡਾ ਦੇ ਵਿੱਚ, ਬਹੁਤ ਤੁਸੀਂ ਅਕਸਰ ਆਉਂਦੇ ਰਹਿੰਦੇ ਹੋ, ਤੁਹਾਨੂੰ ਇੱਥੋਂ ਦਾ ਸਟਰਕਚਰ ਵੀ ਕਾਫੀ ਬਾਖੂਬੀ ਪਤਾ ਹੈ। ਅਲਬਰਟਾ ਦੀ ਵੀ ਆਪਾਂ ਗੱਲ ਕਰੀਏ
ਅਲਬਰਟਾ ਦੀ ਸਰਕਾਰ ਜਿਹੜੀ ਉਹ ਵੀ ਅਕਸਰ ਕਹਿੰਦੀ ਰਹਿੰਦੀ ਆ ਕਿ ਫੈਡਰਲ ਗਵਰਨਮੈਂਟ ਸਾਡੇ ਅਧਿਕਾਰਾਂ ਨੂੰ ਉਸੁਰਪ ਕਰਦੀ ਜਾ ਰਹੀ ਆ। ਉਹ ਹੁਣ ਜੇ ਉਸੇ ਸੰਦਰਭ ਦੇ ਵਿੱਚ ਆਪਾਂ ਇੰਡੀਆ ਦੇ ਵਿੱਚ ਗੱਲ ਕਰੀਏ, ਇੰਡੀਆ ਦਾ ਜਿਹੜਾ ਸੰਘੀ ਢਾਂਚਾ ਆ, ਤਾਂ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਰਹੀ ਕਿ ਜਿਹੜੀਆਂ ਕੇਂਦਰ ਸਰਕਾਰਾਂ ਨੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਸਟੇਟਸ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਈ ਜਾ ਰਹੀਆਂ। ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਰਤੀ ਪੋਲਿਟੀ ਹੈ ਉਹਦਾ ਤੁਸੀਂ ਸਰੂਪ ਕਿਸ ਤਰ੍ਹਾਂ ਦਾ ਦੇਖਦੇ ਹੋ? ਦੇਖੋ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਇੰਡੀਆ ਦੇ ਵਿੱਚ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਆ, ਅਤੇ ਸਾਡਾ ਜਿਹੜਾ ਸੰਵਿਧਾਨ ਹੈ, ਕੌਨਸਟੀਟਿਊਸ਼ਨ ਹੈ, 26 ਜਨਵਰੀ 1950 ਦੇ ਔਨਵਰਡਸ ਫੋਰਸ ਦੇ ਵਿੱਚ ਆਇਆ ਹੈ। ਅਤੇ ਇਸ ਦੇ ਆਉਣ ਦੇ ਨਾਲ ਪਹਿਲੀ ਗੱਲ ਆਈ ਵਾਂਟ ਟੂ ਮੇਕ ਵਨ ਥਿੰਗ ਵੈਰੀ ਕਲੀਅਰ, ਹਾਂਜੀ, ਕਿ ਅਸੀਂ ਕਹਿ ਦਿੰਦੇ ਹਾਂ ਕਿ ਇੰਡੀਆ ਦੇ ਵਿੱਚ ਫੈਡਰਲ ਸਿਸਟਮ ਹੈ, ਇਟਸ ਔਨ ਪੇਪਰਸ ਓਨਲੀ। ਜਿਹੜਾ ਫੈਡਰਲ ਸਿਸਟਮ ਇੰਡੀਆ ਦਾ ਹੈਗਾ, ਇਟ ਇਜ਼ ਮੋਰ ਔਰ ਲੈਸ ਏ ਸੈਂਟਰਲਾਈਜ਼ਡ ਫੈਡਰਲ ਸਟੇਟ, ਜਿਹਦੇ ਵਿੱਚ ਸੈਂਟਰ ਕੋਲੇ ਬਹੁਤ ਜ਼ਿਆਦਾ ਅਧਿਕਾਰ ਨੇ ਅਤੇ ਸਟੇਟਾਂ ਕੋਲੇ ਬਹੁਤ ਘੱਟ ਅਧਿਕਾਰ ਨੇ। ਤੋਂ ਜਦੋਂ ਕੌਨਸਟੀਟਿਊਸ਼ਨ ਆਫ ਇੰਡੀਆ ਬਣਿਆ ਸੀਗਾ 1950 ਦੇ ਵਿੱਚ, ਉਦੋਂ ਜਿਹੜੇ ਸਬਜੈਕਟਸ ਵੰਡੇ ਗਏ ਹੈਗੇ ਆ, ਜਿਹੜੀਆਂ ਪਾਵਰਾਂ ਵੰਡੀਆਂ ਗਈਆਂ ਨੇ, ਉਹਦੀਆਂ 3 ਲਿਸਟਾਂ ਬਣੀਆਂ ਸੀਗੀਆਂ। ਇੱਕ ਯੂਨੀਅਨ ਗਵਰਨਮੈਂਟ ਦੀ ਲਿਸਟ ਜੀ, ਇੱਕ ਸਟੇਟ ਗਵਰਨਮੈਂਟ ਦੀ ਲਿਸਟ, ਅਤੇ ਇੱਕ ਕਨਕਰੈਂਟ ਲਿਸਟ, ਜਿਹੜੀਆਂ ਸ਼ੇਅਰਡ ਪਾਵਰਸ ਨੇ ਬਿਟਵੀਨ ਸਟੇਟਸ ਐਂਡ ਦੀ ਸੈਂਟਰ। ਅਤੇ ਕੁਛ ਇੱਕ ਰੈਜ਼ੀਡੂਅਲ ਪਾਵਰਸ, ਉਹ ਵੀ ਜ਼ਿਆਦਾ ਸੈਂਟਰ ਦੇ ਕੋਲ ਹੀ ਨੇ। ਤਾਂ ਜੇ ਆਪਾਂ ਇੱਕ ਪੂਰੀ ਤਰ੍ਹਾਂ ਕੋਖ ਕਰੀਏ ਸਾਰੀਆਂ ਪਾਵਰਸ ਦੀ, ਤਾਂ ਇਟ ਵਿਲ ਬਿਕਮ ਵੈਰੀ ਕਲੀਅਰ ਕਿ ਸਾਡਾ ਜਿਹੜਾ ਫੈਡਰਲ ਸਿਸਟਮ ਹੈ, ਇਟਸ ਨੋਟ ਏ ਟਰੂ ਫੈਡਰਲ ਸਿਸਟਮ ਲਾਈਕ USA, ਲਾਈਕ ਕੈਨੇਡਾ, ਲਾਈਕ ਆਸਟ੍ਰੇਲੀਆ, ਲਾਈਕ ਈਵਨ ਪਾਕਿਸਤਾਨ, ਸਵਿਟਜ਼ਰਲੈਂਡ। ਸਾਡਾ ਬਿਲਕੁਲ ਇੱਕ ਸੈਂਟਰਲਾਈਜ਼ਡ ਫੈਡਰਲ ਸਟਰਕਚਰ ਹੈ, ਜਿਹਦੇ 'ਚ ਸੈਂਟਰ ਦੇ ਕੋਲ ਵੱਧ ਅਧਿਕਾਰ ਨੇ, ਸਟੇਟਾਂ ਦੇ ਕੋਲੇ ਘੱਟ ਅਧਿਕਾਰ ਨੇ। ਮੈਂ ਥੋੜ੍ਹਾ ਬਰੀਫਲੀ ਜੇ ਤੁਹਾਨੂੰ ਇਹਦਾ ਆਈਡੀਆ ਦੇ ਦਿਆਂ ਕਿ ਜਦੋਂ ਪਾਵਰਾਂ ਵੰਡੀਆਂ ਗਈਆਂ ਸੀ, ਸਬਜੈਕਟਸ ਜਿਹੜੇ ਵੰਡੇ ਗਏ ਸੀਗੇ, ਅਤੇ ਯੂਨੀਅਨ ਗਵਰਨਮੈਂਟ ਨੇ ਆਪਣੇ ਕੋਲੇ 97 ਦੀ ਇੱਕ ਲਿਸਟ ਹੈਗੀ ਆ ਮੇਰੇ ਕੋਲ, ਬੜੀ ਲੰਬੀ। ਅੱਛਾ ਜੀ। ਉਹ ਰੱਖੀ ਸੀਗੀ। ਸਟੇਟਾਂ ਨੂੰ, ਹਰੇਕ ਸਟੇਟ ਨੂੰ 66 ਸਬਜੈਕਟ ਦਿੱਤੇ ਸੀਗੇ, ਅਤੇ 47 ਜਿਹੜੇ ਸਬਜੈਕਟ ਸੀਗੇ ਉਹ ਕਨਕਰੈਂਟ ਲਿਸਟ ਦੇ ਵਿੱਚ ਪਾਏ ਗਏ ਸੀਗੇ। ਲੇਕਿਨ ਵਿਦ ਦਾ ਪੈਸੇਜ ਆਫ ਟਾਈਮ, ਜਿਵੇਂ ਜਿਵੇਂ ਕੌਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟਸ ਹੁੰਦੀਆਂ ਗਈਆਂ, ਅਤੇ ਅੱਜ ਕੱਲ੍ਹ ਹੁਣ ਐਟ ਪ੍ਰੈਜ਼ੈਂਟ ਜਿਹੜੀਆਂ ਯੂਨੀਅਨ ਗਵਰਨਮੈਂਟ ਦੀਆਂ ਪਾਵਰਸ ਹੈਗੀਆਂ ਨੇ, ਉਹ 97 ਤੋਂ ਵੱਧ ਕੇ 100 ਹੋ ਚੁੱਕੀਆਂ ਨੇ। ਉਹ ਅੱਛਾ ਜੀ। ਸਟੇਟਾਂ ਦੀਆਂ ਪਾਵਰ 67 ਤੋਂ ਘੱਟ ਕੇ 61 ਹੋ ਚੁੱਕੀਆਂ ਨੇ। ਅਤੇ ਜਿਹੜੀਆਂ ਸ਼ੇਅਰਡ ਪਾਵਰਸ ਨੇ, ਉਹ 47 ਤੋਂ ਵੱਧ ਕੇ 52 ਹੋ ਚੁੱਕੀਆਂ ਨੇ। ਅਤੇ ਜਿਹੜੀਆਂ ਕਨਕਰੈਂਟ ਲਿਸਟ ਵਾਲੀਆਂ ਪਾਵਰਸ ਨੇ, ਮੋਰ ਔਰ ਲੈਸ ਦੇ ਆਰ ਦੀ ਪਾਵਰਸ ਆਫ ਦੀ ਸੈਂਟਰ ਗਵਰਨਮੈਂਟ ਇਟਸੈਲਫ। ਤੋ ਇਸ ਚੀਜ਼ ਤੋਂ ਆਪਾਂ ਸਿੱਧਾ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਇੰਡੀਆ ਦਾ ਫੈਡਰਲ ਸਿਸਟਮ ਹੈ, ਇਟਸ ਮੋਰ ਔਰ ਲੈਸ ਸੈਂਟਰਲਾਈਜ਼ਡ ਦੈਨ the powers to the states। ਤੋ ਜੇ ਆਪਾਂ ਕੁਛ ਜੇ ਲਿਸਟ ਤੁਸੀਂ ਇੰਟਰਸਟਡ ਹੈਗੇ ਹੋ, ਯੂਨੀਅਨ ਗਵਰਨਮੈਂਟ ਦੀਆਂ 100 ਲਿਸਟਾਂ ਹੈਗੀਆਂ ਨੇ, 100 ਪਾਵਰਸ ਹੈਗੀਆਂ ਨੇ, ਜਿਹਦੇ 'ਚ ਡਿਫੈਂਸ, ਆਰਮਡ ਫੋਰਸਿਸ, ਆਰਮਜ਼ ਐਂਡ ਅਮਨੀਸ਼ਨ, ਅਟੋਮਿਕ ਐਨਰਜੀ, ਫੋਰਨ ਅਫੇਅਰਸ, ਵਾਰ ਐਂਡ ਪੀਸ, ਸਿਟੀਜ਼ਨਸ਼ਿਪ ਵਗੈਰਾ ਵਗੈਰਾ, ਐਕਸਟ੍ਰੈਡੀਸ਼ਨ, ਰੇਲਵੇਜ਼, ਸ਼ਿਪਿੰਗ ਐਂਡ ਨੈਵੀਗੇਸ਼ਨ, ਏਅਰਵੇਜ਼, ਪੋਸਟ ਐਂਡ ਟੈਲੀਗ੍ਰਾਫਸ, ਟੈਲੀਫੋਨਸ, ਵਾਇਰਲੈਸ, ਕਰੰਸੀ, ਫੋਰਨ, ਇਹ ਐਕਚੁਅਲੀ ਹੋਣੀਆਂ ਸਾਰੀਆਂ ਸੈਂਟਰਲ ਦੇ ਪੁੱਛਾਂ ਦੀਆਂ ਨੇ। ਸੋ ਮੈਂ ਕੁਛ ਇੱਕ ਨਾਂ ਲਿਆ, ਇਟਸ ਲਿਸਟ ਆਫ 100 ਸੱਚ ਪਾਵਰਸ। ਅਤੇ ਜਿਹੜੀਆਂ ਪਾਵਰ ਸਟੇਟਾਂ ਦੇ ਕੋਲ 66 ਸੀਗੀਆਂ, ਉਹ ਘੱਟ ਕੇ 61 ਰਹਿ ਗਈਆਂ ਨੇ। ਉਹਨਾਂ ਦੇ ਵਿੱਚ ਵੈਰੀ ਫਿਊ ਆਈ ਵਿਲ ਮੈਨਸ਼ਨ, ਲਾ ਐਂਡ ਆਰਡਰ ਹੈ, ਪੁਲਿਸ ਹੈ, ਹੈਲਥ ਕੇਅਰ ਹੈ, ਹਾਂਜੀ, ਟਰਾਂਸਪੋਰਟ ਹੈ, ਇਲੈਕਟ੍ਰੀਸਿਟੀ ਹੈ, ਵਿਲੇਜ ਐਡਮਿਨਿਸਟ੍ਰੇਸ਼ਨ ਹੈ। ਇਹ ਸਾਰੀਆਂ ਪਾਵਰਾਂ ਸਟੇਟਾਂ ਦੇ ਕੋਲ ਨੇ, ਜਿਨ੍ਹਾਂ ਦੀ ਕੋਈ ਮੈਂ ਜੋ ਪਰਸਨਲੀ ਸਮਝਦਾ ਕਿ ਉਨੀ ਇੰਪੋਰਟੈਂਸ ਨਹੀਂ ਹੈ ਜਿੰਨੀ ਕਿ ਸੈਂਟਰ ਗਵਰਨਮੈਂਟ ਦੇ ਕੋਲੇ ਆਪਣੀਆਂ ਪਾਵਰਸ ਰੱਖ ਕੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਪਾਵਰ ਵਧਾਈ ਹੋਈ ਹੈ ਸੌਟ ਆਫ। ਇਸੇ ਤਰ੍ਹਾਂ ਜਿਹੜੀਆਂ ਕਨਕਰੈਂਟ ਲਿਸਟ ਦੇ ਵਿੱਚ ਪਾਵਰ ਆਉਂਦੀਆਂ ਨੇ, 47 ਸੀਗੀਆਂ ਪਹਿਲਾਂ, ਹੁਣ ਵਧਾ ਕੇ ਉਹਨਾਂ ਨੇ ਬਾਈ ਕੈਰਿੰਗ ਆਨ ਡਿਫਰੈਂਟ ਅਮੈਂਡਮੈਂਟਸ ਇਨ ਦਾ ਕਨਸਟੀਟਿਊਸ਼ਨ ਉਹ 52 ਕਰ ਲਈਆਂ ਨੇ, ਜਿਹਦੇ ਵਿੱਚ ਆਉਂਦੀਆਂ ਨੇ ਮੈਰਿਜ ਐਂਡ ਡਿਵੋਰਸ, ਟਰਾਂਸਫਰ ਆਫ ਪ੍ਰੋਪਰਟੀ ਅਦਰ ਦੈਨ ਐਗਰੀਕਲਚਰ ਲੈਂਡ, ਐਜੂਕੇਸ਼ਨ, ਕੰਟਰੈਕਟਸ, ਬੈਂਕਰਪਟੇਸੀ ਜੀ, ਟਰਸਟ ਐਂਡ ਸਿਵਲ ਪ੍ਰੋਸੀਜਰ, ਕੰਟੈਂਪਟ ਆਫ ਕੋਰਟ ਵਗੈਰਾ ਵਗੈਰਾ ਇੱਦਾਂ ਦੀਆਂ ਪਾਵਰ ਆਉਂਦੀਆਂ। ਸੋ ਮੂਲ ਮੁੱਦਾ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਚਾਹੇ ਸਾਡਾ ਸੰਵਿਧਾਨ ਜਿਹੜਾ ਹੈਗਾ, ਅਸੀਂ ਉਹਨੂੰ ਕਹਿੰਦੇ ਹਾਂ ਕਿ ਇਟਸ ਏ ਰਿਜਿਡ ਕਨਸਟੀਟਿਊਸ਼ਨ, ਹਾਂਜੀ,
ਤੇ ਲੇਕਿਨ ਯੂ ਵਿਲ ਬੀ ਸਰਪ੍ਰਾਈਜ਼ਡ ਐਂਡ ਐਵਰੀਬਾਡੀ ਨੋਜ਼ ਯੂ ਕੈਨ ਹੈਵ ਦਾ ਇਨਫੋਰਮੇਸ਼ਨ ਫਰੋਮ ਦਾ ਗੂਗਲ ਕਿ ਜਿਸ ਦਿਨ ਤੋਂ ਸੰਵਿਧਾਨ ਬਣਿਆ ਹੈ ਹੁਣ ਤੱਕ 101 ਅਮੈਂਡਮੈਂਟਸ ਇਹਦੇ ਵਿੱਚ ਹੋ ਚੁੱਕੀਆਂ ਨੇ ਐਂਡ ਮੋਸਟ ਆਫ ਦਾ ਅਮੈਂਡਮੈਂਟਸ ਆਰ ਟੂ ਇਨਕਰੀਜ਼ ਦੀ ਪਾਵਰਸ ਆਫ ਦੀ ਸੈਂਟਰ ਸੋ ਬੇਸਿਕਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਗੁੱਡ ਗਵਰਨੈਂਸ ਵਾਸਤੇ ਵੀ ਨੀਡ ਮੋਰ ਪਾਵਰਸ ਟੂ ਦ ਸਟੇਟ। ਇਹ ਗੱਲ ਠੀਕ ਹੈ ਤੁਹਾਡੀ। ਹੁਣ ਡਾਕਟਰ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਸਟੇਟ ਸਬਜੈਕਟ ਆ, ਇੱਕ ਸੈਂਟਰ ਸਬਜੈਕਟ ਆ, ਐਗਰੀਕਲਚਰ ਬੇਸਿਕਲੀ ਸਟੇਟ ਸਬਜੈਕਟ ਆ ਉੱਥੇ ਇੰਡੀਆ ਦੇ ਵਿੱਚ, ਔਰ ਕਿਸਾਨ ਅੰਦੋਲਨ ਦੀ ਜਿਹੜੀ ਨੀਂਹ ਉੱਥੇ ਰੱਖੀ ਗਈ ਸੀ ਉਹ ਇਸੇ ਗੱਲ ਕਰਕੇ ਹੀ ਅਸਲ ਦੇ ਵਿੱਚ ਰੱਖੀ ਗਈ ਸੀ ਕਿ ਕੇਂਦਰ ਸਰਕਾਰ ਨੇ ਸਿੱਧਾ ਦਖਲ ਦੇ ਕੇ ਤੇ ਜਿਹੜੇ 3 ਕਾਨੂੰਨ ਜਿਹੜੇ ਬਾਅਦ ਦੇ ਵਿੱਚ ਉਹਨਾਂ ਨੇ ਵਾਪਸ ਵੀ ਲੈ ਲਏ। ਹੁਣ ਜਦੋਂ ਇਹੋ ਜਿਹਾ ਕੋਈ ਮੁੱਦਾ ਸਾਹਮਣੇ ਆਉਂਦਾ ਤੇ ਫਿਰ ਤੁਸੀਂ ਕੀ ਲੱਗਦੇ ਹੋ ਕਿ ਜੇ ਮੈਂ ਤੁਹਾਨੂੰ ਇਹ ਪੁੱਛਣਾ ਹੋਏ ਕਿ ਪ੍ਰੋਵਿੰਸਸ ਨੂੰ ਵੀ ਤਾਂ ਦੇਖਦਾ ਨਾ ਕਿ ਕੇਂਦਰ ਸਾਡੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਹੀ ਰਿਹਾ ਜਾਂ ਸਿੱਧੇ ਤੌਰ ਦੇ ਉੱਤੇ ਪ੍ਰੋਵਿੰਸਸ ਅਵੇਸਲੀਆਂ ਕਿਉਂ ਨੇ ਅੱਜ ਦੀ ਡੇਟ ਦੇ ਵਿੱਚ? ਦੇਖੋ ਜੀ, ਮੈਂ ਇਹ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਹਾਂ ਕਿ ਐਗਰੀਕਲਚਰ ਜਿਹੜਾ ਸਟੇਟ ਸਬਜੈਕਟ ਹੈ ਇਹਦੇ 'ਚ ਵੈਰੀ ਕਲੀਅਰ ਇਨ ਦਾ ਕਨਸਟੀਟਿਊਸ਼ਨ, ਬਿਲਕੁਲ। ਲੇਕਿਨ ਸੈਂਟਰ ਦੇ ਕੋਲ ਜਿਹੜੀ ਸਾਡੀ ਪਾਰਲੀਮੈਂਟ ਹੈ, ਲੋਕ ਸਭਾ, ਰਾਜ ਸਭਾ, ਉਹਨਾਂ ਦੇ ਕੋਲ ਪਾਵਰਸ ਹੈਗੀ ਹੈ। ਦੇ ਆਰ ਆਥੋਰਾਈਜ਼ਡ ਕਿ ਕਿਸੇ ਵੀ ਟਾਈਮ 'ਤੇ ਜਿਹੜੇ ਵੀ ਸਟੇਟ ਸਬਜੈਕਟ ਹੈਗੇ ਨੇ ਉਹਨਾਂ 'ਤੇ ਉਹ ਦੇ ਕੈਨ, ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਹੈ, ਡਾਕਾ ਮਾਰ ਸਕਦੇ ਨੇ। ਦੇ ਕੈਨ ਪਲਾਨ ਐਂਡ ਮੋਲਡ ਦਾ ਥਿੰਗਸ ਦ ਵੇ ਦੇ ਵਾਂਟ ਇਟ। 2/3 ਮੈਜੋਰਿਟੀ ਨਾਲ, ਕਿਉਂਕਿ ਆਲਰੇਡੀ ਤੁਹਾਨੂੰ ਪਤਾ ਹੈ ਕਿ ਮੈਜੋਰਿਟੀ ਬਹੁਤ ਜ਼ਿਆਦਾ ਇੱਕੋ ਪਾਰਟੀ ਦੀ ਸਾਡੀ ਕੰਟਰੀ ਦੇ ਵਿੱਚ ਹੈ, ਅਤੇ 2/3 ਮੈਜੋਰਿਟੀ ਦੇ ਨਾਲ ਜਿਹੜਾ ਵੀ ਰਾਜ ਸਭਾ ਦੇ ਵਿੱਚੋਂ, ਲੋਕ ਸਭਾ ਦੇ ਵਿੱਚੋਂ ਕੋਈ ਵੀ ਜਿਹੜੀਆਂ ਸਟੇਟ ਸਬਜੈਕਟ ਦਾ ਪਾਵਰ ਹੈਗੀਆਂ ਨੇ, ਦੇ ਕੈਨ ਆਲਵੇਜ਼ ਬੀ ਮੋਲਡਡ ਐਂਡ ਅਮੈਂਡਡ ਔਨ ਦਾ ਵਿਮਸ ਆਫ ਦੀ ਯੂਨੀਅਨ ਗਵਰਨਮੈਂਟ। ਸੋ ਦੈਟ ਇਜ਼ ਹਾਊ ਦੀ 3 ਐਗਰੀਕਲਚਰ ਲਾਜ਼ ਫਾਰਮੂਲਾਜ਼ ਕੇਮ ਇਨਟੂ ਪਾਵਰ। ਤੇ ਅਲਟੀਮੇਟਲੀ ਕੀ ਹੋਇਆ ਕਿ ਉਹਨਾਂ ਨੂੰ ਰਿਪੀਲ ਕਰਨਾ ਪਿਆ ਬਿਕੋਜ਼ ਆਫ, ਕਿਉਂਕਿ ਸਟੇਟਸ ਆਰ ਵੈਰੀ ਕੰਸਰਨਡ, ਪਾਰਟਿਕੂਲਰਲੀ ਆਵਰ ਸਟੇਟ ਦੈਟ ਮੈਂ ਜਿਵੇਂ ਪਹਿਲਾਂ ਕਿ ਆਪਾਂ ਆਈ ਵਿਲ ਟੱਚ ਮੋਸਟ ਆਫ ਦ ਥਿੰਗਸ ਪੰਜਾਬ ਦਾ ਪਰਸਪੈਕਟਿਵ ਆਪਾਂ ਲਵਾਂਗੇ। ਸਾਡੀ ਸਟੇਟ ਜਿਹੜੀ ਹੈਗੀ ਆ, ਮੇਰਾ ਮਤਲਬ ਪੰਜਾਬ ਸਟੇਟ ਜਿਹੜੀ ਹੈਗੀ ਆ, ਹਰਿਆਣਾ ਸਟੇਟ ਜਿਹੜੀ ਹੈ, ਯੂਪੀ ਸਟੇਟ ਜਿਹੜੀ ਹੈਗੀ ਆ, ਜਿਹੜੀਆਂ ਐਗਰੇਰੀਅਨ ਸਟੇਟਸ ਹੈਗੀਆਂ ਨੇ, ਐਗਰੀਕਲਚਰ 'ਤੇ ਬੇਸਡ ਹੈਗੀਆਂ ਨੇ, ਤਾਂ ਵੀ ਵਿਲ ਨੈਵਰ ਲਾਈਕ ਕਿ ਜਿਹੜਾ ਸਾਡਾ ਜਿਹੜਾ ਐਗਰੀਕਲਚਰ ਦਾ ਸਬਜੈਕਟ ਹੈਗਾ ਉਸ 'ਤੇ ਕਿਸੇ ਵੀ ਤਰ੍ਹਾਂ ਦਾ ਯੂਨੀਅਨ ਗਵਰਨਮੈਂਟ ਜਿਹੜੀ ਹੈਗੀ ਆ ਆਪਣੇ ਅਧਿਕਾਰ ਜਮਾਵੇ ਜਾਂ ਉਸ ਨੂੰ ਆਪਣੇ ਤਰੀਕੇ ਦੇ ਨਾਲ ਆਪਣੇ ਬੈਨੀਫਿਟ ਦੇ ਲਈ ਜਾਂ ਕਿਸੇ ਕਾਰਪੋਰੇਟ ਸੈਕਟਰ ਨੂੰ ਬੈਨੀਫਿਟ ਦੇਣ ਦੇ ਲਈ ਮੋਲਡ ਕਰੇ। ਸੋ ਦੈਟ ਇਜ਼ ਦਾ ਬੇਸਿਕ ਕਾਜ਼ ਜਿਹੜਾ ਕਿ ਅਲਟੀਮੇਟਲੀ ਮੈਂ ਤਾਂ ਇਹ ਕਹੂੰਗਾ ਕਿ ਯੂਨੀਅਨ ਗਵਰਨਮੈਂਟ ਨੂੰ ਇਹ ਲਾਜ਼ ਰਿਪੀਲ ਕਰਨੇ ਪਏ ਸੀ। ਇਹ ਗੱਲ ਠੀਕ ਹੈ ਡਾਕਟਰ ਸਾਹਿਬ। ਜਦੋਂ ਭਾਰਤ ਆਜ਼ਾਦ ਹੋਇਆ ਤੇ ਜਿਹੜੇ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸੀਗੇ ਉਹਨਾਂ ਨੇ ਫੈਡਰਲ ਸਟਰਕਚਰ ਦੇ ਉੱਤੇ ਕਾਫੀ ਜ਼ੋਰ ਰੱਖਿਆ। ਹੁਣ ਉਹਨਾਂ ਨੂੰ ਕਿਹੜਾ ਸੁਪਨਾ ਆਇਆ ਸੀਗਾ ਵੀ ਇਹ ਫੈਡਰਲ ਸਟਰਕਚਰ ਜਿਹੜਾ ਇਹ ਕਾਇਮ ਕੀਤਾ ਜਾਵੇ? ਉਹਨਾਂ ਕਿਉਂ ਇਹ ਜ਼ਰੂਰੀ ਸਮਝਿਆ? ਮੈਂ ਜਿਵੇਂ ਸ਼ੁਰੂ 'ਚ ਵੀ ਦੱਸਿਆ ਸੀਗਾ ਜੀ, ਸਾਡਾ ਜਿਹੜਾ ਕੰਟਰੀ ਹੈਗਾ ਸਭ ਤੋਂ ਵੱਧ ਡਾਇਵਰਸਿਫਾਈਡ ਵਰਲਡ ਦੇ ਵਿੱਚ ਹੈਗਾ। ਹਾਂਜੀ, ਤੁਸੀਂ ਇਸ ਨੂੰ ਖੇਤਰਫਲ ਵਾਈਜ਼ ਲਾ ਲਓ, ਲੈਂਗੁਏਜ ਵਾਈਜ਼ ਲਾ ਲਓ। ਹੁਣ ਪ੍ਰੈਜ਼ੈਂਟਲੀ ਇੰਡੀਆ ਦੇ ਵਿੱਚ 22 ਸਟੇਟਸ ਹੈਗੀਆਂ ਨੇ, 8 ਯੂਨੀਅਨ ਟੈਰੀਟਰੀਜ਼ ਨੇ। ਜਦੋਂ ਆਜ਼ਾਦ ਹੋਏ ਸੀ ਉਦੋਂ ਸਟੇਟਾਂ ਵੀ ਘੱਟ ਸੀਗੀਆਂ ਅਤੇ ਯੂਨੀਅਨ ਟੈਰੀਟਰੀਜ਼ ਵੀ ਘੱਟ ਸੀਗੀਆਂ, ਬਟ ਵਿਦ ਦੀ ਪੈਸੇਜ ਆਫ ਟਾਈਮ ਜਿਹੜੀਆਂ ਅਮੈਂਡਮੈਂਟਸ ਹੁੰਦੀਆਂ ਗਈਆਂ, ਤੋ ਇੰਡੀਆ ਦੇ ਵਿੱਚ 1500 ਡਿਸਟਿੰਕਟ ਲੈਂਗੁਏਜਿਸ ਹੈਗੀਆਂ ਨੇ, ਭਾਸ਼ਾਵਾਂ ਹੈਗੀਆਂ ਨੇ, ਜਿਨ੍ਹਾਂ ਨੂੰ ਕਾਫੀ ਗਰੁੱਪਾਂ ਦੇ ਵਿੱਚ ਵੰਡਿਆ ਗਿਆ ਹੈ। ਅਤੇ ਗਰੁੱਪਾਂ ਦੇ ਵਿੱਚ ਵੰਡ ਕੇ ਜਿਹੜੀਆਂ 1500 ਡਿਸਟਿੰਕਟ ਲੈਂਗੁਏਜਿਸ ਹੈਗੀਆਂ ਨੇ, ਇਹ 114 ਰਹਿ ਜਾਂਦੀਆਂ ਨੇ। ਜਿਵੇਂ ਜਸਟ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਹਿੰਦੀ ਦਾ ਗਰੁੱਪ ਜਿਹੜਾ ਹੈਗਾ ਉਹਦੇ ਵਿੱਚ ਭੋਜਪੁਰੀ, ਮਗਧੀ, ਬੁੰਦੇਲਖੰਡੀ, ਛੱਤੀਸਗੜ੍ਹੀ, ਰਾਜਸਥਾਨੀ, ਭੀਲੀ ਅਤੇ ਹੋਰ ਵੀ ਬਹੁਤ ਜ਼ਿਆਦਾ ਲੈਂਗੁਏਜਿਸ ਹਿੰਦੀ ਦੇ ਗਰੁੱਪ ਵਿੱਚ ਆ ਜਾਂਦੀਆਂ ਨੇ। ਇਸੇ ਤਰ੍ਹਾਂ ਪੰਜਾਬੀ ਦਾ ਗਰੁੱਪ, ਇਸੇ ਤਰ੍ਹਾਂ ਤਾਮਿਲ ਦਾ ਗਰੁੱਪ, ਇਸੇ ਤਰ੍ਹਾਂ। ਸੋ 1500 ਡਿਸਟਿੰਕਟ ਲੈਂਗੁਏਜਿਸ ਨੂੰ ਗਰੁੱਪਸ ਦੇ ਵਿੱਚ ਵੰਡ ਕੇ 114 ਗਰੁੱਪ ਬਣਾਏ ਗਏ ਹੈ। ਇਹਨਾਂ ਦੇ ਵਿੱਚੋਂ ਸਿਰਫ 22 ਲੈਂਗੁਏਜਿਸ ਐਸੀਆਂ ਨੇ ਜਿਹੜੀਆਂ ਕਿ ਕੌਂਸਟੀਟਿਊਸ਼ਨ ਦੇ 8th ਸਕੈਡਿਊਲ 'ਚ ਆਉਂਦੀਆਂ ਨੇ, ਬਾਕੀ ਸਾਰੀਆਂ ਨਾਨ ਸਕੈਡਿਊਲ ਲੈਂਗੁਏਜਿਸ ਹੈਗੀਆਂ ਨੇ। ਸੋ ਇਸ ਤਰ੍ਹਾਂ ਭਾਰਤ ਦੇਸ਼ ਸਾਡਾ ਜਿਹੜਾ ਹੈਗਾ ਇੱਕ ਬਹੁਤ ਡਾਇਵਰਸਿਫਾਈਡ ਕੰਟਰੀ ਹੈਗਾ ਫਰੋਮ ਡਿਫਰੈਂਟ ਐਂਗਲਸ। ਸੋ ਤੁਸੀਂ ਮੈਨੂੰ ਪੁੱਛਿਆ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਫੈਡਰਲ ਸਟਰਕਚਰ ਦੀ ਕਿਉਂ ਜ਼ਰੂਰਤ ਸਮਝੀ ਗਈ ਸੀ? ਹਾਂਜੀ।
ਇਹਦੇ ਵੀ ਕੁਝ ਖਾਸ ਕਾਰਨ ਉਦੋਂ ਦੇ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਹੈਗੇ ਨੇ, ਜਿਹੜੀ ਕਮੇਟੀ ਬਣੀ ਸੀ, ਸਾਰਿਆਂ ਨੇ ਬੈਠ ਕੇ ਇਹ ਸਾਰੀ ਇੱਕ ਸਿਰ ਜੋੜ ਕੇ ਸਲਾਹ ਕੀਤੀ ਹੈ ਕਿ ਕਿਉਂ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਆ, ਹਾਂਜੀ, ਕਿਉਂ ਜ਼ਰੂਰਤ ਪਈ ਇਸ ਚੀਜ਼ ਦੀ। ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਆ ਕਿ ਜਿਹੜੀਆਂ ਪ੍ਰਿੰਸਲੀ ਸਟੇਟਸ ਹੁੰਦੀਆਂ ਸੀਗੀਆਂ ਆਜ਼ਾਦੀ ਤੋਂ ਪਹਿਲਾਂ, 562 ਪ੍ਰਿੰਸਲੀ ਸਟੇਟਸ ਹੁੰਦੀਆਂ ਸੀ। ਸਾਨੂੰ ਤਾਂ ਕੁਛ ਆਪਣੇ ਪੰਜਾਬ ਬਾਰੇ ਜਿਵੇਂ ਪਤਾ ਹੈ, ਪਟਿਆਲਾ ਹੈ, ਨਾਭਾ ਹੈ, ਫਰੀਦਕੋਟ ਹੈ, ਇਸ ਤਰ੍ਹਾਂ ਪੂਰੇ ਕੰਟਰੀ ਦੇ ਵਿੱਚ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ 562 ਸੀਗੀਆਂ। ਤਾਂ ਦੋਜ਼ ਪੀਪਲ ਨੈਵਰ ਵਾਂਟਡ ਕਿ ਇਸ ਤਰ੍ਹਾਂ ਦਾ ਸੰਘੀ ਢਾਂਚਾ ਬਣੇ, ਕੋਈ ਫੈਡਰਲ ਸਟਰਕਚਰ ਬਣੇ, ਕੋਈ ਸੈਂਟਰਲਾਈਜ਼ਡ ਚੀਜ਼ ਬਣੇ ਜਿਹੜੀ ਆ ਕੇ ਸਾਡੇ 'ਤੇ ਰੂਲ ਕਰੇ। ਇੱਕ ਤਾਂ ਉਹਨਾਂ ਨੂੰ ਕਾਮ ਡਾਊਨ ਕਰਨ ਵਾਸਤੇ, ਉਹਨਾਂ ਨੂੰ ਆਪਣੇ ਗ੍ਰਿਪ 'ਚ ਲਿਆਉਣ ਵਾਸਤੇ ਫੈਡਰਲਿਜ਼ਮ ਦੀ ਬੜੀ ਲੋੜ ਪਈ ਸੀ ਉਦੋਂ। ਇਸੇ ਤਰ੍ਹਾਂ ਜਿਵੇਂ ਮੈਂ ਡਾਇਵਰਸਿਟੀ ਆਫ ਇੰਡੀਆ ਦੱਸੀ ਹੈਗੀ ਆ, ਕਾਸਟ, ਰਿਲੀਜਨ, ਲੈਂਗੁਏਜਿਸ 'ਤੇ ਬੇਸਡ ਹੈਗੀ ਆ, ਅਤੇ ਗੁੱਡ ਗਵਰਨੈਂਸ ਦੇਣ ਵਾਸਤੇ ਹਰ ਤਰ੍ਹਾਂ ਦੇ ਲਾਜ਼ ਨਹੀਂ ਬਣਾਏ ਜਾ ਸਕਦੇ ਹੈ। ਤਾਂ ਉਹ ਇੱਕ ਸੰਵਿਧਾਨ, ਇੱਕ ਵਿਧਾਨ, ਜਿਵੇਂ ਅੱਜ ਕੱਲ੍ਹ ਦੀ ਗਵਰਨਮੈਂਟ ਵੀ ਕਹਿ ਰਹੀ ਹੈਗੀ ਆ, ਤਾਂ ਉਹਦੇ ਨਾਲ ਗੁੱਡ ਗਵਰਨੈਂਸ ਹੋਏਗੀ। ਇਸ ਕਰਕੇ ਸਾਰਿਆਂ ਨੂੰ ਇੱਕ ਧਾਗੇ 'ਚ ਪਰੋ ਕੇ ਰੱਖਣ ਵਾਸਤੇ ਫੈਡਰਲਿਜ਼ਮ ਦੀ ਲੋੜ ਹੈ। ਇੰਡੀਆ ਦਾ ਸਾਈਜ਼ ਬਹੁਤ ਲਾਰਜ ਹੈ, ਮੈਂ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰ ਦਿੱਤੀ ਹੈਗੀ ਆ, ਅਤੇ ਲੋਕਾਂ ਨੂੰ ਬੇਸਿਕਲੀ ਪੋਲੀਟੀਕਲ ਐਜੂਕੇਸ਼ਨ ਦੇਣ ਵਾਸਤੇ ਫੈਡਰਲਿਜ਼ਮ ਦੀ ਬੜੀ ਲੋੜ ਹੈ। ਕਿਉਂਕਿ ਜਦੋਂ ਅਸੀਂ ਆਜ਼ਾਦ ਹੋਏ ਹਾਂ 1947 ਤੋਂ ਪਹਿਲਾਂ, ਇੰਡੀਆ ਦੇ ਵਿੱਚ ਡਿਫਰੈਂਟ ਲੋਕਾਂ ਨੇ ਰਾਜ ਕੀਤਾ ਹੈ। ਕਦੇ ਮੁਗਲ ਆ ਗਏ, ਕਦੇ ਅਫਗਾਨੀ ਆ ਗਏ, ਅਲਟੀਮੇਟਲੀ ਅੰਗਰੇਜ਼ਾਂ ਨੇ ਬਹੁਤ ਦੇਰ ਰਾਜ ਕੀਤਾ ਹੈ। ਸੋ ਲੋਕਾਂ ਦੇ ਬਲੱਡ ਦੇ ਵਿੱਚ, ਲੋਕਾਂ ਦੀ ਮੈਂਟੈਲਿਟੀ ਦੇ ਵਿੱਚ ਗੁਲਾਮੀ ਜਿਹੜੀ ਸੀਗੀ ਉਹ ਘਰ ਕਰ ਚੁੱਕੀ ਸੀਗੀ। ਅੱਛਾ। ਅਤੇ ਲੋਕਾਂ ਨੂੰ ਇਸ ਚੀਜ਼ ਤੋਂ ਉਭਾਰਨ ਵਾਸਤੇ, ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਪਾਰਟ ਬਣਾਉਣ ਵਾਸਤੇ ਡੈਮੋਕ੍ਰੇਸੀ ਐਂਡ ਫੈਡਰਲਿਜ਼ਮ ਦੀ ਬੜੀ ਸਖਤ ਲੋੜ ਮਹਿਸੂਸ ਕੀਤੀ ਗਈ, ਤਾਂ ਕਿ ਲੋਕਾਂ ਨੂੰ ਪੋਲੀਟੀਕਲ ਐਜੂਕੇਸ਼ਨ ਦਿੱਤੀ ਜਾਵੇ ਕਿ ਸਿਰਫ ਗੁਲਾਮੀ ਨਾਲ ਹੀ ਰਾਜ ਨਹੀਂ ਹੁੰਦੇ ਹੈ, ਤੁਸੀਂ ਵੀ ਰਾਜ ਕਰਨ ਦਾ ਪਾਰਟ ਬਣ ਸਕਦੇ ਹੋ। ਅਤੇ ਐਂਡ ਅਗੇਨ ਵਨ ਮੋਰ ਰੀਜ਼ਨ ਹੈਗਾ ਕਿ ਇੰਡੀਆ ਦੇ ਵਿੱਚ ਫੈਡਰਲਿਜ਼ਮ ਦਾ ਓਰੀਜਨ ਪਹਿਲਾਂ ਹੀ ਜਦੋਂ ਅੰਗਰੇਜ਼ ਇੱਥੇ ਸੀਗੇ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ। 1870 ਦੇ ਵਿੱਚ ਲਾਰਡ ਮਾਇਓ ਨੇ ਬੜਾ ਇਹਦੇ ਵਾਸਤੇ ਵਕਾਲਤ ਕੀਤੀ ਕਿ ਫੈਡਰਲਿਜ਼ਮ ਹੋਣਾ ਚਾਹੀਦਾ, ਇੰਡੀਆ ਨੂੰ ਅਸੀਂ ਇੱਕ ਜਗ੍ਹਾ ਬੈਠ ਕੇ ਰੂਲ ਨਹੀਂ ਕਰ ਸਕਦੇ ਹਾਂ। ਦੇਰ ਸ਼ੁੱਡ ਬੀ ਸਟੇਟਸ ਵਿਚ ਸ਼ੁੱਡ ਬੀ ਗਿਵਨ ਸਮ ਪਾਵਰਸ ਟੂ ਅਸਿਸਟ ਅਸ ਇਨ ਗਵਰਨਿੰਗ। ਉਹਨਾਂ ਨੇ ਤਾਂ ਆਪਣੇ ਵੈਸੇ ਪਿੰਡ ਅੰਗਰੇਜ਼ਾਂ ਨੇ, ਤੁਹਾਨੂੰ ਯਾਦ ਹੋਣਾ, ਪੁਰਾਣੇ ਸਿਆਣੇ ਗੱਲਾਂ ਕਰਦੇ ਹੁੰਦੇ ਸੀ, ਉਹ ਫਲਾਨਾ ਉੱਥੋਂ ਦਾ ਜਗੀਰਦਾਰ ਆ, ਫਲਾਨਾ ਉੱਥੋਂ ਦਾ ਰਸਾਲਦਾਰ ਹੈ, ਫਲਾਨਾ ਉੱਥੋਂ ਦਾ ਜੋ ਵੀ ਹੈ ਜੈਲਦਾਰ ਬਣਾਏ ਹੋ ਸੀਗੇ। ਸੋ ਦੇ ਆਲਵੇਜ਼ ਵਾਂਟਡ। ਇਸ ਤਰ੍ਹਾਂ ਜਦੋਂ ਸਾਈਮਨ ਕਮਿਸ਼ਨ ਇੰਡੀਆ 'ਚ ਆਇਆ, ਉਹਨਾਂ ਨੇ ਵੀ ਇਸ ਚੀਜ਼ ਦੀ ਵਕਾਲਤ ਕੀਤੀ ਹੈਗੀ। ਸੋ ਫੈਡਰਲਿਜ਼ਮ ਵਾਜ਼ ਅ ਨੀਡ of the hour when we got freedom from Britishers in 1947. ਦੋ ਗੱਲਾਂ ਡਾਕਟਰ ਸਾਹਿਬ ਤੁਹਾਡੀ ਗੱਲ ਦੇ ਵਿੱਚੋਂ ਮੈਂ ਹੋਰ ਅੱਗੇ ਤੁਹਾਡੇ ਕੋਲੋਂ ਜਾਣਨੀਆਂ ਚਾਹੁੰਦਾ। ਪਹਿਲੀ ਗੱਲ ਤੇ ਅੱਜ ਕੱਲ੍ਹ ਜਿਸ ਤਰ੍ਹਾਂ ਉਹ ਇੱਕ ਸੰਵਿਧਾਨ, ਇੱਕ ਵਿਧਾਨ, ਸਾਰਾ ਕੁਝ ਇੱਕ ਕਰਨ ਦੀ ਜਿਹੜੀ ਆ ਉਹ ਗੱਲ ਚੱਲ ਰਹੀ ਹੈ, ਹੈ ਨਾ ਜੀ। ਇੱਕ ਤਾਂ ਉਹਦੇ ਬਾਰੇ। ਦੂਜੀ ਗੱਲ, ਇਹ ਜਿਹੜੀ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਕਿ ਇਹ ਸਾਡੇ ਸੰਵਿਧਾਨ ਨਿਰਮਾਤਾ ਜਿਹੜੇ ਸੀ ਉਹ ਸਮਝਦੇ ਸੀਗੇ ਕਿ ਲੋਕਾਂ ਦੇ ਖੂਨ 'ਚ ਹੀ ਇੱਕ ਗੁਲਾਮੀ ਵਾਲੀ ਗੱਲ ਜਿਹੜੀ ਉਹ ਆ ਗਈ ਆ, ਉਹ ਸੋਚ, ਉਹਨਾਂ ਦੀ ਸੋਚ ਹੀ ਉਨੀ ਹੋ ਗਈ। ਆਜ਼ਾਦ ਹੋਇਆ 75 ਸਾਲ ਹੋ ਗਏ, ਤੁਹਾਨੂੰ ਲੱਗਦਾ, ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ ਤੁਹਾਡੇ ਤਜਰਬੇ ਤੋਂ ਹੀ ਇਹ ਗੱਲ ਪੁੱਛਣੀ ਚਾਹੁੰਦਾ, ਤੁਹਾਨੂੰ ਲੱਗਦਾ ਵੀ ਅਜੇ ਵੀ ਲੋਕਾਂ ਦੀ ਸੋਚ 'ਚ ਕੋਈ ਬਹੁਤ ਜ਼ਿਆਦਾ ਫਰਕ ਪੈ ਗਿਆ? ਦੇਖੋ ਜੀ, ਸਰਟਨਲੀ ਫਰਕ ਤਾਂ ਪਿਆ ਹੈ, ਕਿਉਂਕਿ ਜਦੋਂ ਤੋਂ ਲੋਕਾਂ ਨੂੰ ਸੰਵਿਧਾਨ ਦੇ ਵਿੱਚ ਆਪਣੇ ਹੱਕ ਜਿਹੜੇ ਨੇ, ਅਧਿਕਾਰ ਹੈਗੇ ਨੇ ਅਤੇ ਡਿਊਟੀਜ਼ ਬਾਰੇ ਗਾਹੇ ਬਗਾਹੇ ਹਰ ਪਲੇਟਫਾਰਮ 'ਤੇ ਉਹਨਾਂ ਨੂੰ ਨੌਲੇਜ ਦਿੱਤਾ ਜਾਂਦਾ ਹੈ, ਉਹਨਾਂ ਨੂੰ ਦੱਸਿਆ ਜਾਂਦਾ ਹੈ। ਅਤੇ ਜਦੋਂ ਤੋਂ ਸਾਡਾ ਡੈਮੋਕ੍ਰੈਟਿਕ ਸੈਟਅਪ ਹੋਇਆ ਹੈ, ਇਲੈਕਸ਼ਨਸ ਹੋਣੇ ਸ਼ੁਰੂ ਹੋਏ ਨੇ, ਲੋਕਾਂ 'ਚ ਇਹ ਜਾਗਰੂਕਤਾ ਤਾਂ ਆ ਚੁੱਕੀ ਹੈ। ਓਕੇ। ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਨਹੀਂ, ਠੀਕ ਗੱਲ ਆ, ਮੈਂ ਇਸ ਗੱਲ ਦੇ ਨਾਲ ਐਗਰੀ ਕਰਦਾ। ਹੁਣ ਉਹ ਦੂਜੀ ਗੱਲ ਕਿ ਜਿਹੜਾ ਇੱਕ ਸੰਵਿਧਾਨ, ਇੱਕ ਵਿਧਾਨ ਵਾਲੀ ਗੱਲ ਆ, ਫਿਰ ਉਹ ਜਾਗਰੂਕਤਾ ਜਿਹੜੀ ਆ ਉਹਨੂੰ ਖਤਮ ਕਰਨ ਦੀ ਵੱਲ ਤੁਹਾਨੂੰ ਲੱਗਦਾ ਨਹੀਂ ਵੀ ਕੋਈ ਕਦਮ ਹੈ? ਸਰਟਨਲੀ ਮੈਂ ਦੇਖੋ ਇਸ ਪਲੇਟਫਾਰਮ ਤੋਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਕਿਸੇ ਵੀ ਗਵਰਨਮੈਂਟ ਨੂੰ ਮੈਂ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ, ਲੇਕਿਨ ਜਿਹੜਾ ਮੈਜੋਰਿਟੀ ਆਉਣਾ, that too more than 2/3 ਮੈਜੋਰਿਟੀ ਆਉਣਾ, ਰਾਦਰ 3/4 ਮੈਜੋਰਿਟੀ ਤੱਕ ਆਉਣਾ, ਅਤੇ ਉਹ ਫਿਰ ਹੁਣ ਬੇਸਿਕਲੀ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹਦੇ ਹੱਥ 'ਚ ਇੰਨੀ ਤਾਕਤ ਆ ਜਾਂਦੀ ਹੈ, ਅਤੇ ਉਹ ਜਿਵੇਂ ਆਪਾਂ ਪੰਜਾਬੀ 'ਚ ਇੱਕ ਪਿੰਡਾਂ 'ਚ ਗੱਲ ਕਰਦੇ ਹੁੰਦੇ, ਚੰਮਦੀਆਂ ਚਲਾਉਣ ਦੀ ਕੋਸ਼ਿਸ਼ ਕਰਦੀ ਹੈ, ਦੇ ਮਾਈਟ ਇਜ਼ ਰਾਈਟ ਵਾਲੀ ਗੱਲ ਕਰਦੀਆਂ ਨੇ, ਅਤੇ ਉਹਦੇ ਨਾਲ ਅਲਟੀਮੇਟਲੀ ਜਿਹੜਾ ਹੈਗਾ
ਲੋਕਾਂ ਦੀ ਪਰ ਲੋਕੀ ਇੰਨੇ ਜਾਗਰੂਕ ਨੇ ਕਿ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਹੈ। ਜਗ੍ਹਾ ਜਗ੍ਹਾ 'ਤੇ ਹਰ ਚੀਜ਼ ਦਾ ਵਿਰੋਧ ਵੀ ਹੁੰਦਾ ਹੈ ਅਤੇ ਜਿਵੇਂ ਸੈਕੂਲਰਿਜ਼ਮ 'ਤੇ ਸਭ ਤੋਂ ਬੜੀ ਸੱਟ ਜਿਹੜੀ ਹੈਗੀ ਆ ਸਾਡੇ ਦੇਸ਼ ਦੇ ਵਿੱਚ ਇਹ ਵੱਜ ਰਹੀ ਹੈ, ਵਿਚ ਇਜ਼ ਵੈਰੀ ਅਨਫੋਰਚੂਨੇਟ। ਅਤੇ ਅਲਟੀਮੇਟਲੀ ਇਹਦੇ ਜਿਹੜੇ ਰਿਜ਼ਲਟ ਜਿਹੜੇ ਨੇ ਲੋਕਾਂ ਦੇ ਵਿੱਚ ਉਹ ਜਿਹੜਾ ਇੱਕ ਤਰ੍ਹਾਂ ਦਾ ਲਾਵਾ ਫੁੱਟਣ ਵਾਲੀ ਗੱਲ ਹੈਗੀ ਆ, ਦੈਟ ਵਿਲ ਕਮ ਇਨ ਦਾ ਫੋਰਸ। ਵਾਪਸ ਵਿਸ਼ੇ ਵੱਲ ਹੀ ਆਉਣਾ ਡਾਕਟਰ ਸਾਹਿਬ, ਜਿਹੜਾ ਇਹ ਫੈਡਰਲ ਸਟਰਕਚਰ ਵਾਲੀ ਗੱਲ ਆਪਾਂ ਕਹੀ ਆ, ਹੁਣ ਤੁਹਾਨੂੰ ਕੀ ਲੱਗਦਾ ਆ ਕਿ ਸਟੇਟਸ ਦੀ ਐਂਡ 'ਤੇ ਜਦੋਂ ਨੋ ਡਾਊਟ ਫੈਡਰਲ ਗਵਰਨਮੈਂਟ ਕੋਲ, ਸੈਂਟਰ ਗਵਰਨਮੈਂਟ ਕੋਲ ਪਾਵਰ ਹੁੰਦੀ ਆ, ਉਹ ਕੁਝ ਵੀ ਇੱਕ ਲਿਆ ਕੇ ਕਾਨੂੰਨ ਅਤੇ ਸਾਰਾ ਕੁਝ ਉਹ ਕਹਿੰਦੇ ਵੀ ਆ ਲਓ ਜੀ ਹੁਣ ਅਸੀਂ ਇੱਦਾਂ ਕਰਨਾ, ਸਟੇਟਸ ਦੇ ਕੋਲ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦੇ ਟੂਲ ਕਿਹੜੇ ਆ? ਦੇਖੋ ਜੀ, ਗਾਹੇ ਬਗਾਹੇ ਇਹ ਮੈਂ ਇੱਕ ਚੀਜ਼ ਤੁਹਾਨੂੰ ਥੋੜ੍ਹੀ ਜਿਹੀ ਮੈਂ ਬੈਕਗਰਾਊਂਡ 'ਤੇ ਜਾਣਾ ਹੈਗਾ ਜੀ। ਆਜ਼ਾਦੀ ਤੋਂ ਬਾਅਦ ਮੋਸਟ ਆਫ ਦਾ ਟਾਈਮ ਤੁਸੀਂ ਦੇਖਿਆ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ ਸੈਂਟਰ ਦੇ ਵਿੱਚ ਰੂਲ ਕਰਦੀ ਸੀਗੀ, ਉਹੀ ਪੋਲੀਟੀਕਲ ਪਾਰਟੀ ਮੋਸਟ ਆਫ ਦਾ ਸਟੇਟਸ ਦੇ ਵਿੱਚ ਸੀਗੀ। ਅਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈਗੀ ਆ, ਕੋਈ ਇਸ ਤਰ੍ਹਾਂ ਦਾ ਮਨ ਮੁਟਾਵ ਜਾਂ ਇਸ ਤਰ੍ਹਾਂ ਦਾ ਕੋਈ ਕਿਸੇ ਵੱਲੋਂ ਓਬਜੈਕਸ਼ਨ ਜਿਹੜੇ ਬਹੁਤ ਘੱਟ ਹੋਏ ਆ। ਲੇਕਿਨ 1977 ਜਾਂ 80s ਦੇ ਔਨਵਰਡਸ ਸਿਨਾਰੀਓ ਥੋੜ੍ਹਾ ਬਦਲਿਆ ਹੈ। ਸੈਂਟਰ ਦੇ ਵਿੱਚ ਇੱਕ ਪਾਰਟੀ ਆਉਂਦੀ ਹੈ, ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਆਉਂਦੀਆਂ ਨੇ। ਸਟੇਟਸ ਦੀਆਂ ਜਿਹੜੀਆਂ ਰੂਲਿੰਗ ਪੋਲੀਟੀਕਲ ਪਾਰਟੀਜ਼ ਨੇ, ਦੇ ਹੈਵ ਦੇਅਰ ਓਨ ਏਜੰਡਾ। ਓਕੇ। ਅਤੇ ਜਿਹੜੀ ਸੈਂਟਰ ਦੀ ਰੂਲਿੰਗ ਪਾਰਟੀ ਹੈ, ਦੇ ਹੈਵ ਦੇਅਰ ਓਨ ਏਜੰਡਾ। ਉਹ ਕਈ ਵਾਰੀ ਤਾਲਮੇਲ ਨਹੀਂ ਖਾਂਦਾ ਹੈ। ਇਸ ਕਰਕੇ ਇਸ ਤਰ੍ਹਾਂ ਦੀ ਆਵਾਜ਼ ਉੱਭਰਦੀ ਹੈ ਕਿ ਸਟੇਟਾਂ ਦੇ ਕੋਲ ਮੋਰ ਪਾਵਰਸ ਹੋਣੀਆਂ ਚਾਹੀਦੀਆਂ ਨੇ। ਤਾਂ ਇਹਦੇ ਵਾਸਤੇ ਬਹੁਤ ਜ਼ਿਆਦਾ ਅਸੀਂ ਤਾਂ ਬਹੁਤ ਸੰਤਾਪ ਝੱਲਿਆ ਹੈ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਰੌਲਾ ਪੈਂਦਾ ਰਿਹਾ ਹੈ ਅਤੇ ਪੰਜਾਬ ਨੇ ਤਾਂ ਬਹੁਤ ਇੱਕ ਐਸੇ ਦੌਰ 'ਚੋਂ ਪੰਜਾਬ ਲੰਘਿਆ ਹੈ, just for demanding more powers to the states, autonomy to the states and things like that. ਅਤੇ ਜਦੋਂ ਡਿਫਰੈਂਟ ਪੋਲੀਟੀਕਲ ਪਾਰਟੀਜ਼ ਸੈਂਟਰ ਔਰ ਸਟੇਟ ਦੇ ਵਿੱਚ ਹੋਣਗੀਆਂ, ਸਟੇਟਾਂ ਨੂੰ ਵੱਧ ਦੇਣ ਦਾ ਰੌਲਾ ਪਏਗਾ। ਇਹਦੇ ਵਾਸਤੇ ਗਾਹੇ ਬਗਾਹੇ ਡਿਫਰੈਂਟ ਕਮਿਸ਼ਨਸ ਬਣਦੇ ਨੇ। ਸਭ ਤੋਂ ਜਿਹੜਾ ਇੰਪੋਰਟੈਂਟ ਕਮਿਸ਼ਨ ਬਣਿਆ ਸੀਗਾ, ਜਿਹੜਾ ਪਾਪੂਲਰ ਹੋਇਆ, ਜਿਹੜਾ ਹਰੇਕ ਬੰਦੇ ਦੀ ਜ਼ੁਬਾਨ 'ਤੇ ਹੈ, ਦੈਟ ਵਾਜ਼ ਸਰਕਾਰੀਆ ਕਮਿਸ਼ਨ। ਬਿਲਕੁਲ ਠੀਕ। ਲੇਕਿਨ ਕਮਿਸ਼ਨ ਬਣ ਜਾਂਦੇ ਨੇ, ਰਿਕਮੈਂਡੇਸ਼ਨਸ ਹੋ ਜਾਂਦੀਆਂ ਨੇ, ਬਟ ਦੋਜ਼ ਆਰ ਨਾਟ ਇੰਪਲੀਮੈਂਟਡ। ਉਹਦੇ ਵਿੱਚ ਮੁੜ ਕੇ ਫਿਰ ਜਿਵੇਂ ਆਪਾਂ ਕਹਿ ਦਈਏ ਕਿ ABC ਤੋਂ ਕੰਮ ਸ਼ੁਰੂ ਹੋ ਜਾਂਦਾ ਹੈ, ਫਿਰ ਉਹਦੀਆਂ ਛੋਟੀਆਂ ਕਮੇਟੀਆਂ ਬਣ ਜਾਂਦੀਆਂ ਨੇ। ਜਿਹੜੀ ਪ੍ਰੋਬਲਮ ਹੱਲ ਨਹੀਂ ਹੁੰਦੀ, ਫਿਰ ਉਹਦੀਆਂ ਸਬ ਕਮੇਟੀਆਂ ਬਣ ਜਾਂਦੀਆਂ ਨੇ। ਅਸੀਂ ਤਾਂ ਹੁਣ ਉੱਥੇ ਪੰਜਾਬ 'ਚ ਕਹਿੰਦੇ ਹੁੰਦੇ ਹਾਂ ਵੀ ਜਦੋਂ ਕੋਈ ਕੰਮ ਤੁਸੀਂ ਸਿਰੇ ਨਹੀਂ ਚੜਾਉਣਾ ਹੈ, ਉਹਦੀ ਕਮੇਟੀ ਬਣਾ ਦਿਓ। ਅਤੇ ਉਹ ਦੇਸੀ ਭਾਸ਼ਾ 'ਚ ਕਹਿੰਦੇ ਨੇ ਵੀ ਕੰਮ ਮਿੱਟੀ ਹੋ ਗਿਆ ਹੈ ਜੀ। ਜੇ ਉਹਦੀ ਫਿਰ ਕੰਮ ਸਿਰੇ ਨਹੀਂ ਚੜਿਆ, ਉਹਦੀ ਸਬ ਕਮੇਟੀ ਬਣਾਤੀ, ਸਬ ਕਮੇਟੀ ਮੀਨਸ ਸਭ ਕੰਮ ਮਿੱਟੀ ਹੋ ਗਿਆ, ਹੋਣਾ ਹੀ ਨਹੀਂ ਹੁਣ। ਸੋ ਮੋਰ ਪਾਵਰਸ ਟੂ ਦਾ ਸਟੇਟਸ ਜਿਹੜੀਆਂ ਨੇ, ਡਿਮਾਂਡ ਗਾਹੇ ਬਗਾਹੇ ਉੱਠਦੀ ਰਹੇਗੀ, ਹਮੇਸ਼ਾ ਚੱਲਦੀ ਰਹੇਗੀ, ਲੇਕਿਨ ਫੁਲਫਿਲ ਹੋਏਗੀ ਕਿ ਨਹੀਂ ਹੋਏਗੀ, ਦੈਟ ਇਜ਼ ਦ ਫਾਰ ਕਰਾਈ। ਆਖਰੀ ਸਵਾਲ ਡਾਕਟਰ ਸਾਹਿਬ, ਕਿਉਂਕਿ ਇਹ ਜਿਹੜਾ ਟੌਪਿਕ ਆ, ਵਿਸ਼ਾ ਬੜਾ ਵਾਸਟ ਆ, ਇਹਦੇ 'ਤੇ ਅਸੀਂ ਗੱਲ ਭਾਵੇਂ ਜਿੰਨੀ ਦੇਰ ਮਰਜ਼ੀ ਕਰ ਲਈਏ। ਰੀਜਨਲ ਪਾਰਟੀਜ਼ ਦੀ ਗੱਲ ਤੁਸੀਂ ਕੀਤੀ ਆ, ਫੈਡਰਲ ਸਟਰਕਚਰ ਦੀ ਹੋਂਦ ਬਰਕਰਾਰ ਰੱਖਣ ਵਾਸਤੇ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹ ਕਿੰਨਾ ਕੁ ਰੋਲ ਅਦਾ ਕਰ ਸਕਦੀਆਂ ਨੇ, ਅਤੇ ਪੰਜਾਬ ਦੇ ਸੰਦਰਭ ਦੇ ਵਿੱਚ ਖੇਤਰੀ ਪਾਰਟੀਆਂ ਦਾ ਰੋਲ ਅੱਜ ਤੱਕ ਕਿਹੋ ਜਿਹਾ ਰਿਹਾ? ਵੈਰੀ ਟਰੂ ਜੀ। ਖੇਤਰੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਪੰਜਾਬ ਕਹਿ ਲਓ, ਤਮਿਲਨਾਡੂ ਕਹਿ ਲਓ, ਕੇਰਲਾ ਕਹਿ ਲਓ, ਬੰਗਾਲ ਕਹਿ ਲਓ, ਖੇਤਰੀ ਪਾਰਟੀਆਂ ਜਿਹੜੀਆਂ ਨੇ, ਦੇ ਆਰ more closer to the hearts of the people than the national parties. ਬਹੁਤ ਘੱਟ ਨੈਸ਼ਨਲ ਪਾਰਟੀਜ਼ ਐਸੀਆਂ ਨੇ ਜਿਹੜੀਆਂ ਲੋਕਾਂ ਦੀਆਂ ਬੇਸਿਕ ਗ੍ਰਾਸ ਰੂਟ ਦੀਆਂ ਪ੍ਰੋਬਲਮ ਸਮਝਦੀਆਂ ਨੇ। ਤੋ ਖੇਤਰੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਪਰ ਗੱਲ ਫਿਰ ਉਹੀ ਆ ਜਾਂਦੀ ਹੈ, ਜੇ ਖੇਤਰੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਸਟੇਟਾਂ ਦੇ ਵਿੱਚ ਆਪਣੀ ਗਵਰਨਮੈਂਟ ਬਣਾ ਵੀ ਲੈਂਦੀਆਂ ਨੇ ਬਾਈ ਵਿਨਿੰਗ, ਕਿਉਂਕਿ ਡੈਮੋਕ੍ਰੇਸੀ ਇਜ਼ ਅ ਗੇਮ ਆਫ ਨੰਬਰ। ਜਿਹਦੇ 51 ਨੰਬਰ ਹੈਗੇ ਨੇ ਉਹ ਜਿੱਤ ਜਾਂਦਾ, ਜਿਹਦੇ 49 ਹੈਗੇ ਨੇ ਉਹ ਹਾਰ ਜਾਂਦਾ ਹੈ। ਤੋ ਜੇ ਸਟੇਟ ਗਵਰਨਮੈਂਟਸ
ਰੀਜਨਲ ਪਾਰਟੀਆਂ ਦੀਆਂ ਖੇਤਰੀ ਪਾਰਟੀ ਦੇ ਬਣ ਵੀ ਜਾਂਦੀਆਂ ਨੇ, ਫਿਰ ਮੁੜ ਕੇ ਉਹੀ ਪ੍ਰੋਬਲਮ ਜਿਹੜੀਆਂ ਨੇ, ਗੁੱਡ ਗਵਰਨੈਂਸ ਨਹੀਂ ਹੋਏਗੀ। ਸੈਂਟਰ ਜਿਹੜਾ ਹੈਗਾ ਦੇ ਹੈਵ देयर ਓਨ ਏਜੰਡਾ, ਤੇ ਰੀਜਨਲ ਪਾਰਟੀਜ਼ ਦੇ ਵਿਲ ਹੈਵ देयर ਓਨ ਏਜੰਡਾ। ਅਸੀਂ ਇਹ ਬਹੁਤ ਦੇਰ ਇਸ ਤਰ੍ਹਾਂ ਦੀ ਚੱਲੀ ਹੈਗੀ ਆ ਪੰਜਾਬ ਦੇ ਵਿੱਚ। ਜੀ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਕਿਉਂਕਿ ਟੌਪਿਕ ਇਹ ਬੜਾ ਵਾਸਟ ਹੈ, ਇਹਦੇ ਤੇ ਛੋਟੇ ਛੋਟੇ ਪਹਿਲੂ ਜਿਹੜੇ ਆ ਜੋ ਉਹਨਾਂ ਨੂੰ ਵੀ ਛੂਹਣ ਲੱਗੀ ਹੈ, ਤੇ ਮੇਰੇ ਖਿਆਲ ਕਾਫੀ ਲੰਮਾ ਸਮਾਂ ਗੱਲਬਾਤ ਹੋ ਸਕਦੀ ਹੈ। ਕਲੋਜ਼ਿੰਗ ਦੇ ਵਿੱਚ ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਪੰਜਾਬ ਦੇ ਸੰਦਰਭ 'ਚ ਇਹ ਗੱਲ ਕਹਿਣੀ ਚਾਹਾਂਗਾ ਕਿ ਪੰਜਾਬ 'ਚ ਚਾਹੇ ਕੋਈ ਰੀਜਨਲ ਪਾਰਟੀ ਆਪਣੀ ਗਵਰਨਮੈਂਟ ਬਣਾਉਂਦੀ ਹੈ ਜੀ, ਚਾਹੇ ਕੋਈ ਨੈਸ਼ਨਲ ਪਾਰਟੀ ਆਪਣੀ ਗਵਰਨਮੈਂਟ ਬਣਾਉਂਦੀ ਹੈਗੀ ਆ, ਅਤੇ ਪੰਜਾਬ ਦੇ ਦਰਦ ਨੂੰ ਸਮਝ ਕੇ, ਕਿਉਂਕਿ ਪੰਜਾਬ ਸੂਬਾ ਸਾਡਾ ਜਿਹੜਾ ਹੈਗਾ ਇਹ ਬਾਰਡਰ ਸਟੇਟ ਹੈਗੀ ਆ, ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਾਰਾ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਹੈ। ਪੰਜਾਬ ਨੇ ਬਹੁਤ ਇਨੋਵੇਸ਼ਨਸ ਚੱਲੀਆਂ ਨੇ, ਪੰਜਾਬ ਨੇ ਹਰ ਤਰ੍ਹਾਂ ਦੀ ਤਰਾਸਦੀ, ਹਰ ਤਰ੍ਹਾਂ ਦੇ ਜਿਹੜੇ ਦੇਸ਼ 'ਤੇ ਅਟੈਕ ਕਰਨ ਵਾਲੇ ਸੀਗੇ, ਉਹਨਾਂ ਨੂੰ ਪੰਜਾਬ ਨੇ ਬਚਾਇਆ ਹੈ। ਤੋ ਇਸ ਕਰਕੇ ਕੋਈ ਵੀ ਗਵਰਨਮੈਂਟ ਹੋਵੇ, ਉਹਨਾਂ ਨੂੰ ਪੰਜਾਬ ਦੀ ਗਵਰਨਮੈਂਟ ਨਾਲ ਤਾਲਮੇਲ ਕਰਕੇ ਬਾਰਡਰ ਸਟੇਟ ਦੇ ਵਿੱਚ ਪੰਜਾਬ ਨੂੰ ਪਹਿਲੀ ਗੱਲ ਤਾਂ ਇੱਕ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਹੈਗਾ, ਜਿਹੜਾ ਕਿ ਕਈਆਂ ਸਟੇਟਾਂ ਨੂੰ ਮਿਲਿਆ ਹੈਗਾ। ਅਤੇ ਪੰਜਾਬ ਦੀ ਬਾਰਡਰ ਸਟੇਟ ਦੇ ਵਿੱਚ ਜਿਹੜਾ ਹੈਗਾ ਕੋਈ ਇੰਡਸਟਰੀਅਲ ਪੈਕੇਜ ਆਉਣੇ ਚਾਹੀਦੇ ਨੇ, ਜਿਹਦੇ ਨਾਲ ਪੰਜਾਬ ਦੀ ਯੂਥ ਜਿਹੜੀ ਹੈਗੀ ਆ ਉਹ ਬਾਹਰ ਨੂੰ ਭੱਜਣ ਦੀ ਬਜਾਏ, ਤੁਹਾਡੇ ਇੱਥੇ ਦੇ ਕੰਟਰੀਜ਼ ਨੂੰ, ਹੋਰ ਜਿਹੜੇ ਡਿਵੈਲਪਡ ਕੰਟਰੀਜ਼ ਵੱਲ ਨੂੰ ਭੱਜਣ ਦੀ ਬਜਾਏ ਉੱਥੇ ਹੀ ਉਹਨਾਂ ਨੂੰ ਜੋਬ ਮਿਲੇ, ਉੱਥੇ ਹੀ ਰਹਿ ਕੇ ਉਹ ਆਪਣੇ ਦੇਸ਼ ਦੀ ਸੇਵਾ ਕਰਨ। ਕਿਉਂਕਿ ਪੰਜਾਬ ਦੀ ਯੂਥ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਇਨ ਜਨਰਲ ਸੇਵਾ ਕਰਨ ਦਾ ਬਹੁਤ ਜਜ਼ਬਾ ਹੈ, ਅਤੇ ਗੌਰਮੈਂਟਸ ਨੂੰ ਚਾਹੀਦਾ ਹੈ, ਐਨੀ ਗੌਰਮੈਂਟ ਚਾਹੇ ਸੈਂਟਰਲ ਹੈ ਚਾਹੇ ਸਟੇਟ ਦੀ ਹੈਗੀ ਆ, ਉਸ ਜਜ਼ਬੇ ਦਾ ਫਾਇਦਾ ਉਠਾ ਕੇ ਪੰਜਾਬ ਦੀ ਤਰੱਕੀ ਵੱਲ ਨੂੰ ਸੋਚਣ। ਬਹੁਤ ਸਹੀ ਤੁਸੀਂ ਗੱਲ ਕਹੀ ਹੈ ਜੀ, ਬੜੇ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਕਲੋਜ਼ਿੰਗ ਰਿਮਾਰਕਸ ਨੂੰ ਸਮੇਟਿਆ। ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਜੀ, ਸਾਡੇ ਲਿਸਨਰਸ ਦੇ ਸੁਨੇਹੇ ਵੀ ਆ ਰਹੇ ਨੇ ਕਿ ਬੜਾ ਇਨਫੋਰਮੇਟਿਵ ਸੈਗਮੈਂਟ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸ਼ੁਕਰੀਆ ਜੀ, ਮੈਂ ਐਮ ਥੈਂਕਫੁਲ ਟੂ ਪਨੂ ਸਾਹਿਬ ਐਂਡ ਰੈਡ FM ਕੈਲਗਰੀ 106.7, ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ, ਅਤੇ ਟੌਪਿਕ ਤਾਂ ਬਹੁਤ ਲੰਬਾ ਹੈ, ਬਹੁਤ ਜਜ਼ਬੇ ਨੇ ਮਨ ਦੇ ਵਿੱਚ, ਬਹੁਤ ਗੱਲਾਂ ਕਰਨ ਦਾ ਮੇਰੀ ਤਮੰਨਾ ਹੈ ਕਿ ਮੈਂ ਵੱਧ ਤੋਂ ਵੱਧ ਗੱਲਾਂ ਕਰਾਂ, ਪਰ ਕਿਉਂਕਿ ਟਾਈਮ ਜਿਹੜਾ ਹੈਗਾ ਸਮੇਂ ਦੇ ਵਿੱਚ ਰਹਿ ਕੇ ਕਰਨਾ ਪੈਂਦਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ।